ਆਡੀਓ ਰਿਕਾਰਡਿੰਗ ਰਾਹੀਂ ਗੁਰਮੁਖ ਪਿਆਰੇ ਨੇ ਪੁੱਛਿਆ ਹੈ, ਵਾਸ਼ਨਾ ਬੱਧਾ ਆਵੇ ਜਾਏ। ਸੰਸਾਰ ਦੇ ਵਿੱਚ ਵਾਸ਼ਨਾ ਦਾ ਬੱਧਾ ਹੋਇਆ ਆਉਂਦਾ ਹੈ, ਕਿਉਂਕਿ ਵਾਸ਼ਨਾ ਦਾ ਬੱਧਾ ਹੋਇਆ ਜਾਂਦਾ ਹੈ। ਫਿਰ ਪਰਮ ਪੁਰਖ ਕਿਵੇਂ ਆ ਜਾਂਦੇ ਹਨ, ਜਾਗਰਤ ਪੁਰਸ਼ ਕਿਵੇਂ ਆ ਜਾਂਦੇ ਹਨ ਇਹ ਸੰਸਾਰ 'ਤੇ। ਸ਼ੁਰੂਆਤ ਤੋਂ ਹੀ ਸਮਝਣਾ ਕਰੋ, ਜਿਵੇਂ ਬਾਹਰ ਮੁਖੀ ਵਿਗਿਆਨਕ ਹਨ ਤੇ ਸਰੀਰ ਨੂੰ ਦੇਖ ਕੇ ਹਿਸਾਬ ਲਾਉਂਦੇ ਹਨ ਤੇ ਦੱਸਦੇ ਹਨ ਕਿ ਸਰੀਰ ਦਾ ਵਿਕਾਸ ਜਿਹੜਾ ਹੈ ਨਾ, ਹੌਲੀ ਹੌਲੀ ਹੋਇਆ ਹੈ। ਮਨੁੱਖ ਦੇ ਸਰੀਰ ਤੱਕ ਬਹੁਤ ਲੰਬਾ ਸਮਾਂ ਲੱਗਾ ਹੈ। ਪਹੁੰਚਣ ਵਾਸਤੇ ਤੇ ਸਰੀਰ ਦਾ ਪੂਰਨ ਵਿਕਾਸ ਹੈ ਮਨੁੱਖ ਦਾ ਸਰੀਰ। ਤੇ ਜਿਹੜੇ ਅੰਤਰਮੁਖ ਹਨ, ਉਹ ਕਹਿੰਦੇ ਹਨ ਵੀ ਸਰੀਰ ਦਾ ਵਿਕਾਸ ਤੇ ਆਸਤੇ ਆਸਤੇ ਹੋਇਆ ਹੈ। ਪਹਿਲਾਂ ਪਸ਼ੂਆਂ ਦਾ ਸਰੀਰਾਂ ਤੋਂ ਹੌਲੀ ਹੌਲੀ ਵਿਕਾਸ ਹੁੰਦਾ ਕਹਿੰਦੇ ਹਨ ਬਾਂਦਰ ਤੋਂ ਬਾਅਦ ਫਿਰ ਮਨੁੱਖ ਦਾ ਸਰੀਰ ਵਿਕਸਿਤ ਹੋਇਆ। ਇਹ ਤੇ ਠੀਕ ਹੈ, ਪਰ ਆਂਤਰਿਕ ਵਿਕਾਸ ਵੀ ਹੋ ਰਿਹਾ ਸੀ। ਤੇ ਜਿਹੜਾ ਆਂਤਰਿਕ ਵਿਕਾਸ ਹੈ ਨਾ, ਮਨ ਦਾ ਵਿਕਾਸ, ਇਹ ਵੀ ਹੁੰਦਾ ਹੈ, ਪਰ ਇਹਦੀ ਧਾਰਾ ਅਲੱਗਾ ਹੈ। ਇਹ ਪਸ਼ੂਆਂ ਦੇ ਮਨ ਦਾ ਵਿਕਾਸ ਜਦੋਂ ਹੁੰਦਾ ਹੈ ਨਾ, ਫਿਰ ਸ੍ਰੇਸ਼ਟਤਮ ਪਸ਼ੂ ਜਿਨ੍ਹਾਂ ਦੀ ਸਮਰਤੀ ਤੇਜ ਹੈ, ਯਾਦਾਸ਼ਤ ਤੇਜ ਬਣ ਜਾਂਦੀ ਹੈ। ਤੋ ਜਿਹੜੇ ਸ਼੍ਰੋਮਣੀ ਹਨ ਪਸ਼ੂਆਂ ਦੇ ਵਿੱਚੋਂ, ਪਸ਼ੂ ਉਹਨਾਂ ਦੀ ਹਿੰਦੂ ਪੂਜਾ ਵੀ ਕਰਦੇ ਹਨ। ਇਹ ਪਸ਼ੂਆਂ ਤੋਂ ਸਰਮੌਰ ਹਨ। ਗਣਈਸ ਹਾਥੀਆਂ ਦਾ ਮੁਖੀ, ਹਾਥੀ ਭਾਵ ਕਿ ਸ਼੍ਰੋਮਣੀ ਪਸ਼ੂ, ਇੱਦਾਂ ਹੀ ਗਾਂ ਹੈ। ਤੇ ਉਹਨਾਂ ਦਾ ਖਿਆਲ ਹੈ ਵੀ ਇਹ ਵਿਕਾਸ ਦਾ ਅੰਤਿਮ ਪੜਾਅ ਹੈ, ਇਸ ਤੋਂ ਬਾਅਦ ਮਨੁੱਖ ਦਾ ਸਰੀਰ ਮਿਲ ਸਕਦਾ ਹੈ। ਤੇ ਮਨ ਦਾ ਵਿਕਾਸ, ਫਿਰ ਮਨੁੱਖ ਦਾ ਸਰੀਰ ਵੀ ਜਦੋਂ ਮਿਲ ਜਾਂਦਾ ਹੈ, ਉਦੋਂ ਇੱਕਦਮ ਵਿਕਾਸ ਨਹੀਂ ਹੋ ਜਾਂਦਾ ਹੈ। ਮਨੁੱਖ ਦਾ ਸਰੀਰ ਵੀ ਵਾਰ-ਵਾਰ ਧਾਰਨ ਕਰਨਾ ਪੈਂਦਾ ਹੈ ਤੇ ਹੌਲੀ ਹੌਲੀ ਮਾਨਸਿਕ ਵਿਕਾਸ ਹੁੰਦਾ ਹੈ, ਬੌਧਿਕ ਵਿਕਾਸ ਹੁੰਦਾ ਹੈ। ਜਿੰਨਾ ਪਿਛਲੇ ਜਨਮ 'ਚ ਤੁਹਾਨੂੰ ਗਿਆਨ ਸੀ, ਉਹ ਭੁੱਲਦਾ ਨਹੀਂ ਹੈ, ਉਹ ਛੁੱਟ ਨਹੀਂ ਜਾਂਦਾ, ਫਿਰ ਉਸ ਤੋਂ ਅੱਗੇ ਚੱਲਦਾ ਹੈ ਹੌਲੀ ਹੌਲੀ, ਤੇ ਹੌਲੀ ਹੌਲੀ ਆਸਤੇ ਆਸਤੇ ਵਿਕਾਸ ਹੁੰਦਾ ਹੈ। ਤੇ ਜਦੋਂ ਪੂਰਨ ਵਿਕਾਸ ਹੋ ਜਾਂਦਾ ਹੈ ਮਨ ਦਾ, ਤੇ
ਆਦਮੀ ਨੂੰ ਪਤਾ ਲੱਗਦਾ ਹੈ ਵੀ ਇਹ ਸੰਸਾਰ ਦੇ ਵਿੱਚ ਮੈਂ ਜੀ ਰਿਹਾ ਹਾਂ, ਇਹ ਵਾਸਤਵਿਕ ਨਹੀਂ ਹੈ, ਇਹ ਝੂਠ ਹੈ, ਅਸੱਤ ਹੈ, ਇਹਦੇ ਵਿੱਚ ਸਦਾ ਵਾਸਤੇ ਜੀਵ ਨਹੀਂ ਸਕਦਾ, ਇਹਨੂੰ ਛੱਡ ਕੇ ਵੀ ਜਾਣਾ ਹੈ। ਤੇ ਜਦੋਂ ਐਸਾ ਗਿਆਨ ਹੁੰਦਾ ਹੈ, ਸਮਝ ਆਉਂਦੀ ਹੈ, ਪਤਾ ਲੱਗਦਾ ਹੈ, ਫਿਰ ਆਦਮੀ ਸੰਸਾਰ ਤੋਂ ਮੁਕਤ ਹੋਣ ਵਾਸਤੇ ਪ੍ਰਯਾਸ ਕਰਦਾ ਹੈ ਵੀ ਜਿਹਨੂੰ ਛੱਡਣਾ ਹੀ ਹੈ, ਜਿਹੜਾ ਮਿਟ ਹੀ ਰਿਹਾ ਹੈ, ਤੇ ਵਾਰ-ਵਾਰ ਸੁੱਖ ਭੋਗ ਕੇ ਜਾਣਦਾ ਵੀ ਹੈ ਵੀ ਹਰ ਸੁੱਖ ਦੇ ਵਿੱਚੋਂ ਹੀ ਦੁੱਖ ਵੀ ਨਿਕਲਦਾ ਹੈ, ਜਨਮ ਤੋਂ ਬਾਅਦ ਮੌਤ ਵੀ ਹੈ, ਹਰ ਸੁੱਖ ਤੋਂ ਬਾਅਦ ਦੁੱਖ ਵੀ ਹੈ, ਹਰ ਦਿਨ ਤੋਂ ਬਾਅਦ ਰਾਤ ਵੀ। ਇੱਥੇ ਦਵੈਤ ਹੈ, ਇੱਥੇ ਅਸ਼ਾਂਤੀ ਹੈ, ਇੱਥੇ ਬੇਚੈਨੀ ਹੈ, ਇੱਥੇ ਸ਼ਾਂਤੀ ਨਹੀਂ ਮਿਲ ਸਕਦੀ। ਸੰਸਾਰ ਦੇ ਤਲ 'ਤੇ ਸ਼ਾਂਤੀ ਨਹੀਂ ਹੈ। ਜਦੋਂ ਐਸਾ ਜਾਣ ਲੈਂਦਾ ਹੈ, ਫਿਰ ਇਹਨੂੰ ਵੈਰਾਗ ਪੈਦਾ ਹੁੰਦਾ ਹੈ। ਫਿਰ ਇਹ ਐਸੇ ਪਰਮ ਪੁਰਖ ਦੀ ਖੋਜ ਵਿੱਚ ਨਿਕਲਦਾ ਹੈ ਜਿਹੜਾ ਸੰਸਾਰ ਤੋਂ ਮੁਕਤ ਹੈ, ਜਾਂ ਉਹਨਾਂ ਦੀ ਬਾਣੀ ਪੜ੍ਹਦਾ ਹੈ, ਸੁਣਦਾ ਹੈ, ਸਮਝਦਾ ਹੈ। ਚੰਗੀ ਲੱਗਦੀ, ਚੰਗੀ ਕਿਉਂ ਲੱਗਦੀ? ਮੁਕਤ ਪੁਰਸ਼ਾਂ ਦੀ ਬਾਣੀ ਪਿਆਰੀ ਕਿਉਂ ਲੱਗਦੀ? ਜਿਨ੍ਹਾਂ ਨੂੰ ਪਿਆਰੀ ਲੱਗਦੀ ਹੈ ਨਾ, ਉਹ ਇਸੇ ਕਰਕੇ ਲੱਗ ਰਹੀ ਹੈ ਵੀ ਪੂਰਨ ਵਿਕਾਸ ਹੋ ਚੁੱਕਾ। ਸੰਸਾਰ ਤੋਂ ਮੁਕਤ ਹੋਣ ਵਾਸਤੇ ਜੇ ਕਿਹਾ ਗਿਆ ਹੈ ਨਾ, ਉਹ ਤੁਹਾਨੂੰ ਚੰਗਾ ਲੱਗਦਾ ਹੈ। ਨਹੀਂ ਤੇ ਆਦਮੀ ਸੰਸਾਰ ਨੂੰ ਭੋਗਣ ਦੀ ਗੱਲ ਪੁੱਛਦਾ ਹੈ, ਸਫਲ ਹੋਣ ਦੀ ਗੱਲ ਪੁੱਛਦਾ ਹੈ, ਸਫਲ ਹੋਣਾ ਚਾਹੁੰਦਾ ਹੈ, ਚਾਹਤ ਤੇ ਸਫਲ ਹੋਣ ਦੀ ਹੈ। ਤੇ ਅਗਰ ਆਦਮੀ ਦੇ ਅੰਦਰ ਸੰਸਾਰ ਤੋਂ ਮੁਕਤ ਹੋਣ ਦੀ ਇੱਛਾ ਪੈਦਾ ਹੋਊਗੀ ਤੇ ਸਮਝ ਲੈਣਾ ਚਾਹੀਦਾ ਹੈ ਵੀ ਇਹਦਾ ਵਿਕਾਸ ਹੋ ਗਿਆ, ਇਹਨੇ ਜਾਣ ਲਿਆ ਸੰਸਾਰ ਨੂੰ। ਜਿਹਨੂੰ ਜਾਣ ਲੈਂਦੇ ਹਾਂ ਆਪਾਂ, ਉਹਦੇ ਤੋਂ ਫਿਰ ਮੁਕਤ ਵੀ ਹੋਣਾ ਚਾਹੁੰਦੇ ਹਾਂ ਵੀ ਵਿਅਰਥ ਹੈ। ਜਿਵੇਂ ਤੁਹਾਡੇ ਹੱਥ ਦੇ ਵਿੱਚ ਕਿਸੇ ਨੇ ਹੀਰਾ ਦੇ ਦਿੱਤਾ, ਕੋਹਨੂਰ ਹੀਰਾ ਹੈ, ਤੁਹਾਨੂੰ ਪਤਾ ਨਹੀਂ, ਤੇ ਤੁਸੀਂ ਹੌਲੀ ਹੌਲੀ ਜੌਹਰੀ ਕੋਲ ਰਹਿੰਦੇ ਰਹਿੰਦੇ ਸਿੱਖ ਗਏ, ਪਤਾ ਲੱਗ ਗਿਆ ਤੁਹਾਨੂੰ ਵਾਸਤਵਿਕ ਕਿਹੜਾ ਹੀਰਾ ਹੈ। ਤੇ ਜਿਹੜਾ ਤੁਹਾਡੇ ਕੋਲ ਪਿਆ ਹੋਇਆ ਤੁਸੀਂ ਚੱਕ ਕੇ ਮਾਰੋਗੇ ਵੀ ਵਿਅਰਥ ਸੀ, ਵਾਸਤਵਿਕ ਹੀਰਾ ਤੇ ਇੱਧਰ ਹੈ, ਮੈਂ ਤੇ ਭੁੱਲਿਆ ਹੀ ਸੀ। ਜਾਣ ਲਿਆ ਤਾਂ ਉਸ ਹੀਰੇ ਦੀ ਖੋਜ ਵਿੱਚ ਚੱਲ ਪਿਆ, ਤੇ ਜਦੋਂ ਉਹ ਹੀਰਾ ਮਿਲ ਜਾਂਦਾ ਹੈ, ਹੀਰਾ ਹੱਥ ਚੜ੍ਹਿਆ ਨਿਰਮੋਲ, ਛੂਟ ਗਈ ਸੰਸਾਰੀ। ਪਹਿਲਾਂ ਤਾਂ ਉੱਪਰੋਂ ਛੱਡਦਾ ਹੈ, ਜਦੋਂ ਹੱਥ ਲੱਗ ਜਾਵੇ ਤਾਂ ਫਿਰ ਟੋਟਲੀ ਹੀ ਛੁੱਟ ਜਾਂਦਾ ਹੈ, ਮੁਕਤ ਹੋ ਜਾਂਦਾ ਹੈ ਕਹਿ ਸਕਦੇ। ਪਰ ਜਿਹੜਾ ਮੁਕਤੀ ਦਾ ਪੜਾਅ ਵੀ ਹੈ, ਖਿਆਲ ਵਿੱਚ ਰੱਖਣ ਯੋਗ ਹੈ ਇਹ ਵੀ ਗੱਲ। ਅੰਤਿਮ ਸਮੇਂ ਮੁਕਤ ਹੁੰਦਾ ਹੈ ਜਦੋਂ ਆਦਮੀ ਸੰਸਾਰ ਵੱਲੋਂ ਧਿਆਨ ਹਟਦਾ ਹੈ, ਸੱਤ ਵਿੱਚ ਜੁੜਦਾ ਹੈ, ਅਸੱਤ ਵੱਲੋਂ ਹਟਦਾ ਹੈ। ਤੇ ਉਹਦੇ ਅੰਦਰ ਨਾਲ ਨਾਲ ਹੀ ਇੱਕ ਭਾਵ ਪੈਦਾ ਹੁੰਦਾ ਹੈ, ਪ੍ਰੇਮ ਦਾ, ਸ਼ਰਧਾ ਦਾ। ਕੋਸ਼ਿਕ ਤੇ ਜਿਹੜੇ ਹਨ ਜਗਿਆਸੂ, ਉਹਨਾਂ ਨੂੰ ਥੋੜ੍ਹੀ ਥੋੜ੍ਹੀ ਸ਼ਾਂਤੀ ਮਿਲਦੀ ਹੈ, ਅੰਦਰ ਸ਼ਾਂਤੀ ਦਾ ਸੁੱਖ ਮਿਲਦਾ ਹੈ, ਤੇ ਉਸ ਸੁੱਖ ਦੇ ਵਿੱਚ ਉਹ ਖੋ ਜਾਂਦੇ ਹਨ, ਉਹ ਸੁੱਖ ਦੇ ਵਿੱਚ ਲਪਾਏਮਾਨ ਹੋ ਜਾਂਦੇ ਹਨ, ਸੁੱਖ ਨੂੰ ਹੀ ਚਾਹੁੰਦੇ ਹਨ ਵੀ ਆ ਸ਼ਾਂਤੀ ਵਾਲਾ ਸੁੱਖ ਬੜਾ ਵਧੀਆ ਲੱਗਦਾ ਹੈ, ਪਿਆਰਾ ਹੈ,
ਬਾਹਰ ਨਾਲੋਂ ਬੜਾ ਚੰਗਾ ਹੈ। ਅਤੇ ਉਹ ਅੰਦਰ ਦਾ ਜਿਹੜਾ ਸੁੱਖ ਹੈ ਉਹ ਮਿਲਦਾ ਹੈ ਕਿਸੇ ਕਿਸੇ ਨੂੰ ਜਿਹੜਾ ਪਰਮਾਰਥ ਦੇ ਮਾਰਗ 'ਤੇ ਚੱਲ ਰਿਹਾ ਹੈ, ਰਸ ਮਿਲਦਾ ਹੈ। ਤੋ ਅੰਤਿਮ ਸਮੇਂ ਅਗਰ ਉਹਨੂੰ ਰਸ ਮਿਲ ਰਿਹਾ ਹੈ ਅਤੇ ਰਸ ਦੀ ਚਾਹ ਪੈਦਾ ਹੋ ਗਈ, ਸੁੱਖ ਦੀ ਚਾਹ ਅੰਦਰ ਖਿਆਲ ਬਣਿਆ ਰਿਹਾ ਵੀ ਐਸਾ ਹੀ ਸੁੱਖ ਹੋਵੇ, ਤੋ ਸੁੱਖ ਦੀ ਇੱਛਾ ਦੇ ਵਿੱਚ ਮਰਦਾ ਹੈ ਅਤੇ ਦੇਵਤਾ ਹੋ ਜਾਂਦਾ। ਦੇਵਤੇ ਆਪਾਂ ਉਹਨਾਂ ਨੂੰ ਕਹਿੰਦੇ ਹਾਂ ਜਿਹੜੇ ਸਵਰਗ ਦਾ ਭਾਵ ਹੁੰਦਾ ਹੈ ਜਿੱਥੇ ਸੁੱਖ ਹੀ ਸੁੱਖ ਹਨ, ਜੋ ਚਾਹੁੰਦੇ ਹਨ ਮਿਲ ਜਾਂਦਾ। ਜਿਵੇਂ ਸੁਖਦਾਈ ਸੁਪਨੇ ਦੇ ਵਿੱਚ ਕੋਈ ਸੁਖਦਾਈ ਸੁਪਨਾ ਦੇਖ ਰਿਹਾ ਹੈ, ਕੋਈ ਸੁੱਖ ਹੀ ਸੁੱਖ ਬੜੇ ਮਜ਼ੇ 'ਚ, ਅਤੇ ਜਿਹੜਾ ਦੁਖਦਾਈ ਸੁਪਨਾ ਦੇਖ ਰਿਹਾ ਉਹ ਨਰਕ ਦੇ ਵਿੱਚ। ਅਤੇ ਇੱਕ ਤੀਸਰਾ ਹੈ ਜਿਹੜਾ ਸੁਪਨੇ ਤੋਂ ਬਾਹਰ ਹੋ ਚੁੱਕਾ ਹੈ, ਪਰ ਉਹਦੇ ਅੰਦਰ ਇੱਕ ਭਾਵ ਹੈ ਵੀ ਜੋ ਮਿਲਿਆ ਹੈ ਇਹ ਵੰਡਣਾ ਹੈ। ਜਿਵੇਂ ਤੁਹਾਨੂੰ ਕੋਈ ਖੁਸ਼ੀ ਮਿਲ ਜਾਵੇ, ਛੋਟੀ ਮੋਟੀ ਵੀ ਖੁਸ਼ੀ ਤੁਸੀਂ ਵੰਡਣੀ ਚਾਹੁੰਦੇ ਹੋ, ਤੁਸੀਂ ਲੋਕਾਂ ਨੂੰ ਇਕੱਠੇ ਕਰਨਾ ਚਾਹੁੰਦੇ ਹੋ, ਢੋਲ ਢਮੱਕਾ ਵਜਾਉਣਾ ਚਾਹੁੰਦੇ ਹੋ, ਖੁਸ਼ੀ ਵੰਡਦੀ ਹੈ, ਖੁਸ਼ੀ ਵੰਡਣਾ ਚਾਹੁੰਦੇ, ਪ੍ਰੇਮ ਵੀ ਵੰਡਿਆ ਜਾਂਦਾ। ਇੱਦਾਂ ਹੀ ਆਨੰਦ ਹੈ, ਆਨੰਦ ਦਾ ਸੁਭਾਅ ਹੈ ਵੰਡਣਾ, ਅਤੇ ਪ੍ਰਭੂ ਵੱਲੋਂ ਹੀ ਖਿਆਲ ਵਿੱਚ ਰੱਖਣਾ ਹੈ। ਪਰਮਾਤਮਾ ਵੱਲੋਂ ਹੀ ਐਸਾ ਹੁੰਦਾ ਹੈ। ਜਿਵੇਂ ਕ੍ਰਿਸ਼ਨ ਨੇ ਕਿਹਾ ਹੈ ਨਾ ਵੀ ਜਦੋਂ ਜਦੋਂ ਆ ਧਰਮ ਹੋਵੇਗਾ ਮੈਂ ਆਵਾਂਗਾ। ਕ੍ਰਿਸ਼ਨ ਨਹੀਂ ਆਉਣਗੇ, ਉਹ ਇੱਕ ਖਿਆਲ ਦੇ ਰਹੇ ਹਨ ਵੀ ਪਰਮਾਤਮਾ ਜਿਹੜਾ ਹੈ ਨਾ ਕਿਸੇ ਨਾ ਕਿਸੇ ਸਰੀਰ ਦੁਆਰਾ ਮੁਕਤੀ ਦਾ ਉਪਦੇਸ਼ ਦਿੰਦਾ ਹੈ ਫਿਰ, ਅਤੇ ਕਿਸੇ ਨੂੰ ਰੋਕ ਲੈਂਦਾ ਹੈ ਕੁਝ ਚਿਰ ਵਾਸਤੇ ਵੀ ਇੱਕ ਜਨਮ ਹੋਰ ਸਹੀ, ਤੂੰ ਜੋ ਜਾਣਿਆ ਹੈ ਵੰਡ ਨਹੀਂ ਸਕਿਆ ਹੈ ਤੂੰ, ਅਤੇ ਇੱਕ ਜਨਮ ਹੋਰ, ਉਹ ਇੱਕ ਭਾਵ ਪੈਦਾ ਹੋ ਜਾਂਦਾ ਹੈ ਪ੍ਰੇਮ ਦਾ, ਦਇਆ ਦਾ, ਕਰੁਣਾ ਦਾ। ਇਹ ਪਰਮਾਤਮਾ ਵੱਲੋਂ ਹੀ ਹੁੰਦਾ ਹੈ। ਦਰਅਸਲ ਉਸੇ ਕਰੁਣਾ, ਦਇਆ, ਪ੍ਰੇਮ ਦਾ ਕਰਕੇ ਹੀ ਸਾਰਾ ਕੁਛ ਟਿਕਿਆ ਹੋਇਆ। ਪਰਮਾਤਮਾ ਦੀ ਕਰੁਣਾ ਕਰਕੇ ਹੀ ਇਹ ਚੱਲ ਰਿਹਾ ਸਭ ਕੁਛ, ਤਾਂ ਉਹਦਾ ਹੀ ਸੁਭਾਅ ਹੈ ਕਹਿ ਸਕਦੇ। ਅਤੇ ਆਖਰੀ ਸੁਭਾਅ ਇਹ ਹਰ ਇੱਕ ਦੇ ਅੰਦਰ ਉਤਪੰਨ ਹੁੰਦਾ ਹੈ ਪ੍ਰੇਮ ਦਾ। ਜਦੋਂ ਉਹ ਮਿਲਦਾ ਹੈ ਨਾ, ਅਤੇ ਇੱਕ ਖਿਆਲ ਇਹ ਵੀ ਰੱਖਣ ਯੋਗ ਹੈ, ਬੋਧੀਆਂ ਨੇ ਮੁਕਤੀ ਦੇ ਦੋ ਹਿੱਸੇ ਕੀਤੇ ਹਨ, ਇੱਕ ਨਿਰਵਾਣ ਹੈ, ਇੱਕ ਪਰਮ ਪਰੀ ਨਿਰਵਾਣ ਕਹਿ ਦਿੰਦੇ ਹਨ। ਉਹ ਕਹਿੰਦੇ ਹਨ ਵੀ ਜਦੋਂ ਕੋਈ ਜਾਗ ਜਾਂਦਾ ਹੈ ਸੱਤ ਦੇ ਵਿੱਚ ਤਾਂ ਉਦੋਂ ਨਿਰਵਾਣ ਹੋ ਜਾਂਦਾ ਹੈ, ਪਰ ਸਰੀਰ ਦੇ ਅੰਦਰ ਅਜੇ ਹੈ, ਫਿਰ ਸਰੀਰ ਦਾ ਖਿਆਲ ਵੀ ਹੈ। ਅਤੇ ਸਰੀਰ ਦਾ ਖਿਆਲ ਤਾਂ ਰੱਖਣਾ ਹੀ ਪੈਂਦਾ ਹੈ ਨਾ, ਅਤੇ ਅਜੇ ਪੂਰਾ ਨਿਰਵਾਣ ਨਹੀਂ ਹੋਇਆ, ਸਰੀਰ ਦੇ ਤਲ 'ਤੇ ਹੈ ਜੀ, ਪਰ ਸਰੀਰ ਦੇ ਤਲ 'ਤੇ ਵੀ ਉਹ ਐਸਾ ਨਹੀਂ ਹੈ, ਮਜਬੂਰੀ ਨਾ ਹੈ। ਭਾਵੇਂ ਉਹ ਨਾਮ ਹੀ ਚਾਹੁੰਦਾ ਹੈ, ਕਬੀਰ ਜੀ ਨੇ ਕਿਹਾ ਵੀ ਐਸਾ ਹੈ, ਬਾਬਾ ਅਬ ਨ ਵਸੋਂ ਹੈ ਗਾਓ, ਕਰੀ ਕਰੀ ਕਾ ਲੇਖਾ ਮੰਗੇ, ਕਾਇਤ ਚੇਤੋ ਨਾ। ਕਹਿੰਦੇ ਇਸ ਗਾਉਂ ਨਹੀਂ ਵਸਣਾ। ਗਾਉਂ ਦਾ ਭਾਵ ਕਿ ਇਹ ਸਰੀਰ ਦੇ ਵਿੱਚ ਹੁਣ ਨਹੀਂ ਮੈਂ ਵਸਣਾ ਚਾਹੁੰਦਾ, ਵਾਰ ਵਾਰ ਇਹਨੂੰ ਲੇਖਾ ਦੇਣਾ ਪੈਂਦਾ,
ਲੇਖੇ ਦਾ ਕੀ ਭਾਵ ਹੈ ਵੀ ਭੁੱਖ ਲੱਗੀ ਇਹਨੂੰ ਭੋਜਨ ਦਿਓ, ਫਿਰ ਕੁਛ ਚਿਰ ਬਾਅਦ ਫਿਰ ਭੁੱਖ ਲੱਗ ਜਾਂਦੀ ਹੈ, ਕਦੀ ਇਹਦੀ ਸਫਾਈ ਕਰੋ। ਇਹਦਾ ਧਿਆਨ ਰੱਖਣਾ ਪੈਂਦਾ ਹੈ। ਅਤੇ ਜੇ ਸਰੀਰ ਨਾ ਹੋਵੇਗਾ ਤਾਂ ਫਿਰ ਧਿਆਨ ਵੀ ਨਹੀਂ ਰੱਖਣ ਦੀ ਲੋੜ ਹੈ, ਸਰੀਰ ਦੀ ਵੀ ਧਿਆਨ ਰੱਖਣ ਦੀ ਨਹੀਂ ਲੋੜ। ਫਿਰ ਤਾਂ ਪੂਰਨ ਮੁਕਤ ਹੋ ਗਿਆ ਨਾ, ਫਿਰ ਕਿਸੇ ਚੀਜ਼ ਦਾ ਵੀ ਧਿਆਨ ਨਹੀਂ ਹੈ। ਅਤੇ ਸਰੀਰ ਦੁਆਰਾ, ਸਰੀਰ ਇੱਕ ਇੰਸਟਰੂਮੈਂਟ ਹੈ, ਇਹਦੇ ਦੁਆਰਾ ਜਿਹੜੇ ਮੁਕਤ ਹੋਣ ਦੇ ਰਸਤੇ ਦੇ ਵਿੱਚ ਹਨ, ਜਿਹੜੇ ਮੁਕਤ ਹੋਣਾ ਚਾਹੁੰਦੇ ਹਨ, ਜਿਨ੍ਹਾਂ ਦਾ ਆਖਰੀ ਪੜਾਅ ਆ ਚੁੱਕਾ ਹੈ, ਆਪਣੇ ਆਪ ਮੁਕਤ ਨਹੀਂ ਹੋ ਸਕਦੇ ਹਨ, ਉਹਨਾਂ ਨੂੰ ਉਪਦੇਸ਼ ਦੇਣ ਵਾਸਤੇ ਇਹ ਸਰੀਰ ਦਾ ਉਪਯੋਗ ਹੁੰਦਾ ਹੈ। ਅਤੇ ਸਰੀਰ ਦੇ ਵਿੱਚ ਜਿਹੜਾ ਉਹ ਰਹਿ ਰਿਹਾ ਹੈ ਨਾ ਪਰਮ ਪੁਰਖ, ਉਹਦੀ ਬਹੁਤ ਵੱਡੀ ਕਰੁਣਾ ਹੁੰਦੀ ਹੈ, ਦਇਆ ਹੁੰਦੀ ਹੈ ਇਹਨਾਂ ਜੀਵਾਂ। ਉਹ ਕੁਛ ਚਾਹੁੰਦਾ ਨਹੀਂ ਹੈ, ਉਹਨੂੰ ਕੁਛ ਇੱਛਾ ਬਾਕੀ ਨਹੀਂ ਹੁੰਦੀ, ਸੰਸਾਰ ਵਿੱਚ ਕੁਛ ਵੀ ਨਹੀਂ ਹੁੰਦਾ ਹੈ, ਪਰ ਉਹਨੂੰ ਜੋ ਮਿਲਿਆ ਹੈ ਉਹ ਵੰਡਦਾ ਹੈ। ਕਿਉਂਕਿ ਇਹ ਜੇ ਅੰਤਰ ਦਾ ਗਿਆਨ ਹੈ ਨਾ, ਇਹ ਬਹੁਤ ਸਮੇਂ ਦੇ ਬਾਅਦ ਮਿਲਦਾ ਹੈ, ਅਤੇ ਪਰਮਾਤਮਾ ਇਸ ਗਿਆਨ ਨੂੰ ਵਿਅਰਥ ਨਹੀਂ ਜਾਣ ਦਿੰਦਾ ਹੈ। ਉਹ ਫਿਰ ਕਿਸੇ ਸਰੀਰ ਦੇ ਥਰੂ ਉਸ ਗਿਆਨ ਨੂੰ ਸੰਸਾਰ ਤੱਕ ਪਹੁੰਚਾਉਂਦਾ ਹੈ, ਤਾਂ ਕਿ ਬੈਲੈਂਸ ਬਣਿਆ ਰਹੇ। ਜਿਹੜੇ ਮੁਕਤ ਹੋਣ ਵਾਲੇ ਹਨ ਉਹ ਮੁਕਤ ਹੋਣ, ਉਹ ਫਿਰ ਆਪਣੇ ਘਰ ਜਾਣ। ਅਤੇ ਇਹ ਪਰਮਾਤਮਾ ਵੱਲੋਂ ਹੀ ਐਸਾ ਹੁੰਦਾ ਹੈ। ਅਤੇ ਜਿਹੜਾ ਮੁਕਤ ਹੈ ਨਾ, ਉਹ ਤਾਂ ਮੁਕਤ ਹੈ ਹੀ,